ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਕੀ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਅੱਜ ਇਸ ਸੁੰਦਰ ਦਿਨ ਦੇ ਲਈ ਜੋ ਨੇ ਸਾਡੀ ਜ਼ਿੰਦਗੀ ਵਿੱਚ ਦਿੱਤਾ ਹੈ। ਉਸ ਦਾ ਮੈਂ ਲੱਖਾਂ ਵਾਰ ਧੰਨਵਾਦ ਕਰਦੀ ਹਾਂ। ਉਸਦੇ ਕੀਤੀਆਂ ਭਲਾਈਆਂ ਦੇ ਲਈ। ਸੱਚਮੁੱਚ ਉਹ ਆਦਰ ਮਹਿਮਾ ਤਾਰੀਫ ਦੇ ਯੋਗ ਪਰਮੇਸ਼ਵਰ ਹੈ। ਉਸ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜੋ ਉਸਨੇ ਸਾਡੇ ਤੇ ਅਨੁਗ੍ਰਹਿ ਕੀਤਾ ਔਰ ਸਾਨੂੰ ਅੱਜ ਤੱਕ ਬਚਾ ਕੇ ਰੱਖਿਆ ਹੈ। ਉਸ ਦੇ ਲਈ, ਉਹਦੀ ਕਰੁਣਾ ਦੇ ਲਈ ਜੋ ਬਹੁਤ ਮਹਾਨ ਹੈ, ਮੈਂ ਧੰਨਵਾਦ ਕਰਦੀ ਹਾਂ। ਆਈਏ ਅਸੀਂ ਪ੍ਰਾਰਥਨਾ ਕਰਾਂਗੇ। ਵਚਨ ਸੁਣਨ ਤੋਂ ਪਹਿਲਾਂ, ਪਰਮੇਸ਼ਵਰ ਦੇ ਕਲਾਮ ਨੂੰ ਸੁਣਨ ਤੋਂ ਪਹਿਲਾਂ, ਗੁਰੇ ਭੇਤਾਂ ਨੂੰ ਸੁਣਨ ਤੋਂ ਪਹਿਲਾਂ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਾਂਗੇ ਤਾਂ ਕਿ ਉਹ ਆਏ ਤੇ ਸਭ ਦੇ ਮਨਾਂ ਨੂੰ ਖੋਲੇ ਔਰ ਆਪਣਾ ਵਚਨ ਘੱਲ ਕੇ ਲੋਕਾਂ ਨੂੰ ਚੰਗਾ ਕਰੇ, ਕਿਉਂਕਿ ਉਸਦਾ ਵਚਨ ਕਹਿੰਦਾ ਹੈ ਉਹ ਆਪਣਾ ਵਚਨ ਭੇਜ ਕੇ ਚੰਗਾ ਕਰਦਾ ਹੈ। ਉਸਦਾ ਵਚਨ ਸਾਡੀ ਜ਼ਿੰਦਗੀਆਂ 'ਚ ਪੂਰਾ ਹੋਵੇ। ਹਾਲੇਲੂਇਆ। ਮਹਾਨ ਸਰਵਸ਼ਕਤੀਮਾਨ ਪਿਤਾ ਪਰਮੇਸ਼ਵਰ, ਤੇਰਾ ਧੰਨਵਾਦ ਕਰਦੀ ਹਾਂ ਇਹਦੇ ਸੁੰਦਰ ਦਿਨ ਦੇ ਲਈ, ਸੁੰਦਰ ਸਮੇਂ ਦੇ ਲਈ। ਪਿਤਾ ਪਰਮੇਸ਼ਵਰ, ਤੇਰਾ ਲੱਖਾਂ ਵਾਰ ਧੰਨਵਾਦ ਕਰਦੀ ਹਾਂ ਔਰ ਪ੍ਰਾਰਥਨਾ ਕਰਦੀ ਹਾਂ ਪ੍ਰਭੂ ਜੀ ਮੈਂ ਇਹਨਾਂ ਲੋਕਾਂ ਦੇ ਲਈ ਜੋ ਖੁਦਾਵੰਦ ਦੇ ਵਚਨ ਸੁਣਨ ਔਰ ਆਸ਼ੀਸ਼ਿਤ ਹੋਣ। ਪਿਤਾ ਪਰਮੇਸ਼ਵਰ, ਤੇਰਾ ਨਾਮ ਇਹਨਾਂ ਦੀ ਜ਼ਿੰਦਗੀਆਂ 'ਚ ਉੱਚਾ ਕੀਤਾ ਜਾਵੇ, ਤੇਰਾ ਨਾਮ ਮਹਿਮਾ, ਇੱਜ਼ਤ ਔਰ ਜਲਾਲ ਪਾਵੇ। ਪਿਤਾ ਹੋਣੇ ਦੇ ਇਹ ਜੋ ਵੀ ਵਚਨ ਸੁਣਨ, ਇਹ 100 ਗੁਣਾ ਫਲ ਨੂੰ ਲੈ ਕੇ ਆਉਣ। ਪਿਤਾ ਇਹਨਾਂ ਦੀ ਜ਼ਿੰਦਗੀ ਬਦਲ ਜਾਏ ਇਹਨਾਂ ਵਚਨਾਂ ਤੇ ਚੱਲ ਕੇ। ਪਿਤਾ ਅੰਧਕਾਰ 'ਚੋਂ ਕੱਢ ਕੇ ਇਹਨਾਂ ਨੂੰ ਰੋਸ਼ਨੀ ਵਿੱਚ ਲੈ ਕੇ ਆ, ਕਿਉਂਕਿ ਸੱਚਾ ਚਾਨਣ ਤੇਰੇ ਕੋਲ ਹੈ। ਪਿਤਾ ਸੱਚੀ ਜੋਤੀ ਤੂੰ ਹੈ ਖੁਦਾਵੰਦ ਖੁਦਾ, ਔਰ ਤੇਰੀਆਂ ਭੇਡਾਂ ਤੇਰੀ ਆਵਾਜ਼ ਨੂੰ ਸੁਣਦੀਆਂ। ਪਿਤਾ ਜੀ ਹੁਣ ਦੇ ਖੁਦਾਵੰਦ ਸਾਨੂੰ ਆਪਣੇ ਵਫਾਦਾਰ ਭੇਡਾਂ ਬਣਾ ਪ੍ਰਭੂ ਖੁਦਾਵੰਦ ਖੁਦਾ, ਤਾਂ ਜੋ ਅਸੀਂ ਤੇਰੇ ਪਿੱਛੇ ਚੱਲੀਏ। ਤੇਰਾ ਧੰਨਵਾਦ ਕਰਦੇ ਹਾਂ। ਬਾਕੀ ਦਾ ਸਮਾਂ ਤੇਰੇ ਹੱਥਾਂ ਵਿੱਚ ਸੌਂਪ ਦਿੰਦੇ, ਜੋ ਤੇਰੀ ਇੱਛਾ ਮਰਜ਼ੀ ਪੂਰੀ ਕਰੋ। ਯੀਸ਼ੂ ਨਾਮ 'ਚ ਮੰਗਦੇ, ਆਮੀਨ। ਆਈਏ ਅਸੀਂ ਵਚਨ 'ਚ ਪੜਾਂਗੇ ਲੂਕਾ ਦੀ ਅੰਜੀਲ, ਉਸਦਾ 9 ਬਾਬ ਔਰ 59 ਤੋਂ ਪੜਾਂਗੇ। ਲੂਕਾ ਦੀ ਅੰਜੀਲ ਉਸਦਾ 9 ਬਾਬ 59 ਤੋਂ पढ़ांगे। उसने दूसरे से कहा, मेरे पीछे हो ले। उसने कहा, हे प्रभु, मुझे पहले जाने दे कि अपने पिता को गाड़ दूं। उसने उससे कहा, मरे हुओं को अपने मुर्दे गाड़ने दे, पर तू जाकर परमेश्वर के राज्य की कथा सुना। एक और ने भी कहा, हे प्रभु, मैं तेरे पीछे हो लूंगा, पर पहले मुझे जाने दे कि अपने घर के लोगों से विदा ले आऊं। यीशु ने उससे कहा, जो कोई अपना हाथ हल पर रखकर है पीछे देखता है, वह परमेश्वर के राज्य के योग्य नहीं है। हालेलुया। परमेश्वर ਤੁਹਾਨੂੰ ਆਸ਼ੀਸ਼ ਤੇ ਬਰਕਤ ਦੇ ਇਸ ਵਚਨਾਂ ਦੇ ਰਾਹੀਂ। ਔਰ ਮੈਂ ਦੁਬਾਰਾ ਪੜ੍ਹਨਾ ਚਾਹਾਂਗੀ ਕਿਉਂਕਿ ਇਹ ਵਚਨ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਉਣਾ ਚਾਹੀਦਾ। ਅਗਰ ਮੈਂ ਸ਼ੁਰੂ ਤੋਂ ਪੜ੍ਹਾਂ ਤੇ ਇੱਥੇ ਲਿਖਿਆ ਹੈ ਕਿ ਉਸਨੇ ਦੂਸਰੇ ਸੇ ਕਹਾ, ਮੇਰੇ ਪੀਛੇ ਹੋ ਲੈ। ਯੀਸ਼ੂ ਮਸੀਹ ਆਪਣੀ ਸੇਵਕਾਈ ਨੂੰ ਕਰਦੇ ਹੋਏ ਚਲਦੇ ਜਾਂਦੇ ਸੀ ਔਰ ਬਹੁਤ ਸਾਰੇ ਲੋਕ ਉਹਨਾਂ ਦਾ ਪਿੱਛਾ ਕਰ ਰਹੇ ਸੀ। ਇੱਕ ਥਾਂ ਤੇ ਪਰਮੇਸ਼ਰ ਨੇ ਪਤਰਸ ਨੂੰ ਕਿਹਾ, ਯੂਹੰਨਾ ਨੂੰ ਕਿਹਾ ਕਿ ਮੇਰੇ ਪਿੱਛੇ ਹੋ ਲੋ। ਬਹੁਤ ਸਾਰੇ ਚੇਲੇ ਏਦਾਂ ਦੇ ਸੀ ਜਿਨ੍ਹਾਂ ਨੂੰ ਪਰਮੇਸ਼ਰ ਨੇ ਕਿਹਾ ਕਿ ਮੇਰੇ ਪਿੱਛੇ ਹੋ ਲੋ, ਔਰ ਬਹੁਤ ਸਾਰੇ ਚੇਲੇ ਏਦਾਂ ਦੇ ਸੀਗੇ ਕਿ ਆਪਣਾ ਸਭ ਕੁਝ ਛੱਡ ਕੇ ਪਰਮੇਸ਼ਰ ਦੇ ਪਿੱਛੇ ਤੁਰ ਪਏ। ਆਪਣਾ ਕੰਮ ਛੱਡ ਕੇ, ਆਪਣਾ ਕਾਰੋਬਾਰ ਉੱਥੇ ਹੀ ਛੱਡ ਕੇ ਪਰਮੇਸ਼ਰ ਦੇ ਪਿੱਛੇ ਚੱਲ ਪਏ, ਕਿਉਂਕਿ ਪਰਮੇਸ਼ਰ ਉਹਨਾਂ ਮਛੁਆਰਾਂ ਨੂੰ ਕਹਿੰਦਾ ਸੀਗਾ ਜਿਹੜੇ ਮੱਛੀਆਂ ਫੜਨ ਵਾਲੇ ਸੀ, ਕਹਿੰਦਾ ਮੈਂ ਤੁਹਾਨੂੰ ਮੱਛੀ ਫੜਨ ਵਾਲੇ ਨਹੀਂ, ਮਨੁੱਸ਼ਿਆਂ ਨੂੰ ਫੜਨ ਵਾਲਾ ਬਣਾਵਾਂਗਾ, ਪਤਰਸ ਨੂੰ। ਤਾਂ ਪਰਮੇਸ਼ਵਰ ਸਾਡੇ ਦਿਲਾਂ ਨੂੰ ਜਾਣਦਾ ਹੈ। ਪਰਮੇਸ਼ਵਰ ਦੀ ਪਲੈਨਿੰਗ ਸਾਡੀ ਜ਼ਿੰਦਗੀ 'ਚ ਕੀ ਹੈ ਉਹ ਜਾਣਦਾ ਹੈ। ਇੱਥੇ ਦੇਖੋ ਯੀਸ਼ੂ ਮਸੀਹ ਜਾ ਰਹੇ ਸੀਗੇ ਤਾਂ ਉਹਨਾਂ ਨੇ ਕਿਹਾ, ਉਹਨਾਂ ਨੇ ਇੱਕ ਨੂੰ ਕਿਹਾ ਕਿ ਮੇਰੇ ਪਿੱਛੇ ਹੋ ਲੈ। ਤਾਂ ਉਸ ਬੰਦੇ ਨੇ ਅੱਗੋਂ ਜਵਾਬ ਦਿੱਤਾ, ਕਹਿੰਦਾ, हे प्रभु, मुझे पहले जाने दे कि अपने पिता को गाड़ दूं। उसने उससे कहा, मरे हुओं को अपने मुर्दे गाड़ने दे, पर तू जाकर परमेश्वर के राज्य की कथा सुना। ਇੱਥੇ ਇੱਕ ਮਨੁੱਸ਼ਯ ਹੈ ਜਿਹੜਾ ਕਹਿੰਦਾ ਕਿ ਪਰਮੇਸ਼ਰ ਪਹਿਲਾਂ ਮੈਂ ਜਾ ਕੇ ਆਪਣੇ ਪਿਤਾ ਨੂੰ ਗਾੜ ਆਵਾਂ। ਜਦੋਂ ਪਰਮੇਸ਼ਰ ਨੇ ਉਹਨੂੰ ਆਵਾਜ਼ ਮਾਰੀ ਕਿ ਮੇਰੇ ਪਿੱਛੇ ਹੋ ਜਾ, ਤਾਂ ਉਹ ਕਹਿੰਦਾ ਕਿ ਮੈਂ ਪਹਿਲਾਂ ਆਪਣੇ ਪਿਤਾ ਨੂੰ ਗਾੜ ਆਵਾਂ, ਪਿਤਾ ਨੂੰ ਦਬਾਵਾਂ। ਇੱਥੇ ਅੱਗੇ ਲਿਖਿਆ ਹੈ, ਪਰਮੇਸ਼ਰ ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਮਰੇ ਹੂਆਂ ਕੋ ਆਪਣੇ ਮੁਰਦੇ ਗਾੜਨੇ ਦੇ। ਇਸ ਨੂੰ ਗਲਤ ਨਾ ਲਓ, ਇਸ ਵਚਨ ਨੂੰ। ਪਰਮੇਸ਼ਰ ਇਹ ਨਹੀਂ ਕਹਿੰਦਾ ਕਿ ਕੋਈ ਮਰ ਜਾਂਦਾ ਤੇ ਤੁਸੀਂ ਉੱਥੇ ਨਾ ਜਾਓ, ਕਿਸੇ ਦੇ ਸੰਸਕਾਰ ਤੇ ਨਾ ਜਾਓ, ਕਿਸੇ ਦੇ ਮੈਮੋਰੀਅਲ ਸਰਵਿਸ ਤੇ ਨਾ ਜਾਓ, ਨੋ। ਔਰ ਬੱਚਿਆਂ ਨੂੰ ਇਹ ਨਹੀਂ ਕਹਿ ਰਿਹਾ ਕਿ ਆਪਣੇ ਤੁਸੀਂ ਉਹਨੂੰ ਇਹ ਨਹੀਂ ਕਹਿ ਰਿਹਾ ਕਿ ਤੂੰ ਆਪਣੇ ਪਿਤਾ ਦੇ ਉੱਥੇ ਉਹਨੂੰ ਦੱਬਣ ਦੇ ਲਈ ਨਹੀਂ ਜਾਣਾ। ਏਦਾਂ ਦੀ ਕੋਈ ਗੱਲ ਨਹੀਂ ਸੀ। ਪਰਮੇਸ਼ਰ ਏਦਾਂ ਨਹੀਂ ਕਹਿੰਦੇ। ਪਰਮੇਸ਼ਰ ਸਗੋਂ ਆਪ
ਲੋਕਾਂ ਦੇ ਦੁੱਖ ਸੁਣ ਕੇ ਉਹਨਾਂ ਨੂੰ ਦੁੱਖ ਦੂਰ ਕਰਦੇ ਸੀਗੇ। ਜਦੋਂ ਲਾਜ਼ਰ ਮਰ ਗਿਆ ਸੀਗਾ ਤਾਂ ਪਰਮੇਸ਼ਰ ਉੱਥੇ ਗਏ ਸੀਗੇ ਉਹਨੂੰ ਜਿੰਦਾ ਕਰਨ ਦੇ ਲਈ। ਇੱਥੇ ਉਹਦਾ ਪਿਤਾ ਮਰਿਆ ਨਹੀਂ ਸੀਗਾ, ਉਸ ਮਨੁੱਸ਼ੇ ਦਾ ਜਿਹੜਾ ਕਹਿੰਦਾ ਸੀ ਕਿ ਮੈਨੂੰ ਪਹਿਲਾਂ ਆਪਣੇ ਪਿਓ ਨੂੰ ਦੱਬ ਦੇ। ਜੇ ਉਹਦਾ ਪਿਓ ਮਰਿਆ ਹੁੰਦਾ ਤੇ ਉਹ ਉੱਥੇ ਕੀ ਕਰਦਾ ਸੀ ਜਿੱਥੇ ਯਿਸੂ ਮਸੀਹ ਸੀ? ਉਹ ਉੱਥੇ ਨਾ ਹੁੰਦਾ ਜਿੱਥੇ ਉਹਦਾ ਪਿਓ ਮਰਿਆ, ਉੱਥੇ ਬਹਿ ਕੇ ਅਫਸੋਸ ਨਾ ਕਰਿਆ ਹੁੰਦਾ, ਆਪਣੇ ਰਿਸ਼ਤੇਦਾਰਾਂ 'ਚ ਨਾ ਬੈਠਾ ਹੁੰਦਾ, ਉੱਥੇ ਅਫਸੋਸ ਨਾ ਕਰਦਾ ਹੁੰਦਾ, ਜਾਂ ਸੰਸਕਾਰ ਦੀ ਤਿਆਰੀ ਨਾ ਕਰਦਾ ਹੁੰਦਾ, ਕੁਝ ਵੀ। ਉਹ ਮਾਹੌਲ ਉਸ ਮਾਹੌਲ 'ਚ ਹੋਣਾ ਸੀ, ਯਿਸੂ ਮਸੀਹ ਪਿੱਛੇ ਨਹੀਂ ਹੋਣਾ ਸੀ, ਕਿਉਂਕਿ ਪੁੱਤਰ ਨੂੰ ਜ਼ਿੰਮੇਵਾਰੀ ਹੋਣੀ ਸੀਗੀ ਕਿ ਮੈਂ ਆਪਣੇ ਪਿਓ ਦਾ ਪਹਿਲਾਂ ਇਹ ਕੰਮ ਕਰ ਦੇਵਾਂ ਤੇ ਫਿਰ ਮੈਂ ਯਿਸੂ ਮਸੀਹ ਦੇ ਪਿੱਛੇ ਜਾਵਾਂ। ਲੇਕਿਨ ਇੱਥੇ ਅਜੇ ਕੁਝ ਹੋਇਆ ਵੀ ਨਹੀਂ, ਉਹ ਪਹਿਲੇ ਕਹਿਣ ਲੱਗ ਗਿਆ ਕਿ ਮੈਂ ਆਪਣੇ ਪਿਤਾ ਨੂੰ ਗਾੜ ਦੇਵਾਂ। ਇਟ ਮੀਨਸ ਉਹ ਕਹਿੰਦਾ ਸੀਗਾ ਕਿ ਮੇਰਾ ਪਿਓ ਹਜੇ ਜਿੰਦਾ ਹੈ, ਜਦੋਂ ਉਹ ਮਰੇਗਾ, ਜਦੋਂ ਉਹ ਮਰ ਜਾਏਗਾ ਉਹਨੂੰ ਮੈਂ ਗਾੜ ਦਿਆਂਗਾ, ਸਭ ਪ੍ਰੋਪਰਟੀ ਧਨ ਦੌਲਤ ਸਭ ਕੁਝ ਜਦੋਂ ਮੇਰੇ ਕੋਲ ਆ ਜਾਏਗਾ ਮੈਂ ਫਿਰ ਤੇਰੇ ਪਿੱਛੇ ਪਰਮੇਸ਼ਰ ਹੋ ਜਾਵਾਂਗਾ। ਇੱਥੇ ਇਹ ਕਹਿ ਰਿਹਾ ਸੀ, ਉਹ ਪਲਾਨ ਕਰ ਰਿਹਾ ਸੀ। ਉਹਨੇ ਡਾਇਰੈਕਟ ਆਨਸਰ ਨਹੀਂ ਦਿੱਤਾ ਕਿ ਮੈਂ ਰੈਡੀ ਹਾਂ ਪਰਮੇਸ਼ਰ ਤੇਰੇ ਪਿੱਛੇ ਜਾਣ ਲਈ। ਅੱਛਾ, ਇੱਕ ਬੰਦੇ ਨੇ ਇਹ ਕਿਹਾ, ਅੱਗੇ ਦੇਖੋ, ਉਸਨੇ ਕਹਾ ਮਰੇ ਹੂੰ ਕੋ ਆਪਣੇ ਮੁਰਦੇ ਗਾੜਨੇ ਦੇ, ਕਿਉਂਕਿ ਯਿਸੂ ਮਸੀਹ ਜਾਣਦੇ ਸੀਗੇ ਕਿ ਇਹਦਾ ਪਿਓ ਨੂੰ ਕੁਝ ਨਹੀਂ ਹੋਇਆ ਹਜੇ। ਇਹ ਹਜੇ ਮੈਨੂੰ ਕਹਿ ਰਿਹਾ ਕਿ ਮੈਂ ਪਹਿਲਾਂ ਉਹ ਕੰਮ ਕਰ ਲਵਾਂ, ਚਾਹੇ ਉਸਨੂੰ 2 ਸਾਲ ਲੱਗਣ, ਚਾਹੇ 5 ਸਾਲ ਲੱਗਣ, ਚਾਹੇ 10 ਸਾਲ ਲੱਗਣ, ਮੈਂ ਤਦ ਤੱਕ ਤੇਰੇ ਪਿੱਛੇ ਨਹੀਂ ਆ ਸਕਦਾ, ਇਹ ਕਹਿੰਦਾ ਸੀਗਾ। ਅੱਗੇ ਕੀ ਲਿਖਿਆ ਹੈ कि एक और ने भी कहा हे प्रभु मैं तेरे पीछे हो लूंगा पर पहले मुझे जाने दे कि अपने घर के लोगों से विदा ले आऊं। यीशु ने उससे कहा जो कोई अपना हाथ हल पर रखकर पीछे देखता है वह परमेश्वर के राज्य के योग्य नहीं। एक होर ਨੂੰ परमेश्वर ने आवाज मारी कि मेरे पिछे हो जा, ਤਾਂ ਉਹਨੇ ਵੀ ਅੱਗੋਂ ਇਹੀ ਉੱਤਰ ਦਿੱਤਾ, ਕਹਿੰਦਾ ਮੈਨੂੰ ਆਗਿਆ ਦੇ ਕਿ ਮੈਂ ਪਹਿਲੇ ਆਪਣੇ ਘਰ ਜਾਵਾਂ ਤੇ ਉੱਥੋਂ ਵਿਦਾ ਲੈ ਕੇ ਆਵਾਂ ਤੇ ਮੈਂ ਫਿਰ ਤੇਰੇ ਪਿੱਛੇ ਆਵਾਂਗਾ। ਮੈਂ ਆਪਣੇ ਘਰਦਿਆਂ ਨੂੰ ਪਹਿਲਾਂ ਸੁਨੇਹਾ ਦੇ ਆਵਾਂ, ਘਰਦਿਆਂ ਨੂੰ ਪੁੱਛ ਲਵਾਂ। ਤੇ ਪਰਮੇਸ਼ਰ ਨੇ ਉਹਨੂੰ ਸਿੱਧਾ ਹੀ ਨਹੀਂ ਕੋਈ ਹਾਂ ਨਾ ਦਾ ਜਵਾਬ ਦਿੱਤਾ। ਉਹਨਾਂ ਨੂੰ ਕਿਹਾ ਕਿ ਜੇ ਕੋਈ ਆਪਣਾ ਹੱਥ ਹੱਲ ਤੇ ਰੱਖ ਕੇ ਪਿੱਛੇ ਦੇਖਦਾ ਉਹ ਪਰਮੇਸ਼ਰ ਦੇ ਰਾਜੇ ਦੇ ਯੋਗ ਨਹੀਂ ਹੈ। ਜੇ ਤੁਸੀਂ ਪਰਮੇਸ਼ਵਰ 'ਚ ਆ ਗਏ ਹੋ ਤਾਂ ਤੁਸੀਂ ਹਜੇ ਵੀ ਪਿੱਛੇ ਬੈਕ ਸੰਸਾਰ ਦੇ ਵਿੱਚ ਕੀ ਹੋ ਰਿਹਾ ਉਹ ਦੇਖ ਰਹੇ ਹੋ ਤਾਂ ਤੁਸੀਂ ਪਰਮੇਸ਼ਵਰ ਦੇ ਰਾਜੇ ਦੇ ਯੋਗ ਨਹੀਂ ਹੋ। ਜੇ ਤੁਸੀਂ ਪਰਮੇਸ਼ਵਰ 'ਚ ਆ ਗਏ ਹੋ ਤਾਂ ਆਪਣੇ ਪਰਿਵਾਰ ਦੀ ਚਿੰਤਾ ਕਰਦੇ ਹੋ, ਆਪਣੇ ਰਿਸ਼ਤੇਦਾਰਾਂ ਦੀ ਚਿੰਤਾ ਕਰਦੇ ਹੋ, ਆਪਣੇ ਫਰੈਂਡਸ ਦੀ ਚਿੰਤਾ ਕਰਦੇ ਹੋ, ਗਲੀ ਮੁਹੱਲੇ ਨਗਰ ਦੀ ਲੋਕਾਂ ਦੀ ਚਿੰਤਾ ਕਰਦੇ ਹੋ ਕਿ ਲੋਕ ਮੈਨੂੰ ਕੀ ਕਹਿਣਗੇ, ਤੂੰ ਕਿੱਥੇ ਜਾਣ ਲੱਗ ਗਿਆ, ਤਾਂ ਤੁਸੀਂ ਪਰਮੇਸ਼ਵਰ ਦੇ ਰਾਜੇ ਦੇ ਯੋਗ ਨਹੀਂ ਹੋ। ਬਾਈਬਲ ਕਹਿ ਰਹੀ ਹੈ ਇੱਥੇ ਕਿ ਜੇ ਤੁਸੀਂ ਆਪਣਾ ਹੱਥ ਹੱਲ ਤੇ ਰੱਖ ਦਿੱਤਾ ਹੈ ਤਾਂ ਤੁਸੀਂ ਫਿਰ ਪਿੱਛੇ ਦੇਖ ਰਹੇ ਹੋ, ਆਪਣਾ ਹੱਥ ਹੱਲ ਤੇ ਰੱਖ ਕੇ ਪਿੱਛੇ ਦੇਖ ਰਹੇ ਹੋ ਤਾਂ ਤੁਸੀਂ ਪਰਮੇਸ਼ਵਰ ਦੇ ਰਾਜੇ ਕੇ ਯੋਗ ਨਹੀਂ। ਜੇ ਤੁਸੀਂ ਪਰਮੇਸ਼ਵਰ 'ਚ ਆ ਕੇ ਵੀ ਹਜੇ ਬੁਰੇ ਕੰਮ ਪਿੱਛੇ ਜੋ ਤੁਸੀਂ ਆਪਣੀ ਪੁਰਾਣੀ ਜ਼ਿੰਦਗੀ 'ਚ ਕਰਦੇ ਪਏ ਸੀ ਉਹੀ ਕਰਦੇ ਪਏ ਹੋ, ਲਗਾਤਾਰ ਉਹੀ ਕਰ ਰਹੇ ਹੋ ਤਾਂ ਪਰਮੇਸ਼ਵਰ ਦੇ ਰਾਜੇ ਕੇ ਯੋਗ ਨਹੀਂ ਹੋ। ਜੇ ਤੁਹਾਡਾ ਸੁਭਾਅ ਪਰਮੇਸ਼ਵਰ 'ਚ ਆ ਕੇ ਵੀ ਚੇਂਜ ਨਹੀਂ ਹੋਇਆ, ਉਹੀ ਤੁਹਾਡੀ ਜ਼ਿੰਦਗੀ ਹੈ ਜੋ ਪੁਰਾਣੀ ਸੀਗੀ, ਉਹੀ ਤੁਹਾਡੇ ਕੰਮ ਹੈ, ਉਹੀ ਤੁਹਾਡਾ ਚਾਲ ਚੱਲਣਾ ਹੈ, ਉਹੀ ਤੁਹਾਡੀਆਂ ਗੱਲਾਂ ਬਾਤਾਂ ਹੈ, ਉਦਾਂ ਹੀ ਤੁਹਾਡਾ ਉੱਠਣਾ ਬੈਠਣਾ ਹੈ, ਉਦਾਂ ਹੀ ਤੁਹਾਡੀ ਜ਼ਿੰਦਗੀ ਸੇਮ ਹੈ, ਬਦਲੀ ਨਹੀਂ ਪਰਮੇਸ਼ਵਰ 'ਚ ਆ ਕੇ, ਤਾਂ ਤੁਸੀਂ ਉਸਦੇ ਰਾਜੇ ਦੇ ਯੋਗ ਅਜੇ ਤੱਕ ਨਹੀਂ ਬਣੇ। ਹਾਲੇਲੂਇਆ। ਸੋ ਫਸਟ ਪ੍ਰਾਇੋਰਟੀ ਅਸੀਂ ਪਰਮੇਸ਼ਰ ਨੂੰ ਦੇਣੀ। ਜਦੋਂ ਉਹ ਪਰਮੇਸ਼ਰ ਤੁਹਾਨੂੰ ਆਵਾਜ਼ਾਂ ਮਾਰਦਾ ਕਿ ਆ ਜਾ ਮੇਰੇ ਕੋਲ, ਤੁਹਾਨੂੰ ਸੁਪਨਿਆਂ ਰਾਹੀਂ, ਤੁਹਾਨੂੰ ਦਰਸ਼ਨਾਂ ਰਾਹੀਂ, ਤੁਹਾਨੂੰ ਪਰਮੇਸ਼ਵਰ ਦੇ ਦਾਸਾਂ ਰਾਹੀਂ, ਤੁਹਾਨੂੰ ਵਚਨਾਂ ਰਾਹੀਂ, ਤੁਹਾਨੂੰ ਕਿਸੇ ਵਿਸ਼ਵਾਸੀ ਦੇ ਰਾਹੀਂ, ਤੁਹਾਨੂੰ ਕਿਸੇ ਗਵਾਹੀ ਦੇ ਰਾਹੀਂ, ਤੁਹਾਨੂੰ ਕਿਸੇ ਟੀਵੀ ਪ੍ਰੋਗਰਾਮ ਦੇ ਰਾਹੀਂ, ਤੁਹਾਨੂੰ YouTube ਦੇ ਰਾਹੀਂ, ਤੁਹਾਨੂੰ Facebook ਦੇ ਰਾਹੀਂ ਅਗਰ ਪਰਮੇਸ਼ਵਰ ਤੁਹਾਡੇ ਨਾਲ ਗੱਲ ਕਰ ਰਿਹਾ ਔਰ ਤੁਹਾਨੂੰ ਕਹਿ ਰਿਹਾ ਕਿ हे पापी, हे परिश्रम करने वाले हो, हे मेरे बच्चों, हे मेरे बालकों, हे मेरी बेटी, हे मेरे बेटे, मेरे पास आ, मैं तुझे विश्राम दूंगा, तो आप यकीन करें, उस पर विश्वास करें और ਹੱਥ ਜਿਹੜਾ ਤੁਸੀਂ ਹੱਲ ਤੇ ਰੱਖ ਦਿੱਤਾ ਹੈ ਬੈਕ ਨਾ ਦੇਖੋ, ਨਹੀਂ ਤਾਂ ਤੁਸੀਂ ਉਸਦੇ ਰਾਜੇ ਦੇ ਯੋਗ ਨਹੀਂ ਹੋ। ਹਾਲੇਲੂਇਆ।
ਪਰਮੇਸ਼ਰ ਨੇ ਜਦੋਂ ਤੁਹਾਨੂੰ ਆਵਾਜ਼ ਮਾਰ ਲਈ, ਇਹਦਾ ਮਤਲਬ ਕਿ ਸਾਰੀਆਂ ਚੀਜ਼ਾਂ ਤੁਹਾਨੂੰ ਪਿੱਛੇ ਪੈ ਕੇ ਮਿਲਣਗੀਆਂ, ਤੁਸੀਂ ਚਿੰਤਾ ਨਾ ਕਰੋ। ਇਹ ਜਿਹੜਾ ਦੂਸਰਾ ਬੰਦਾ ਕਹਿੰਦਾ ਨਾ ਕਿ ਮੈਂ ਆਪਣੇ ਘਰਦਿਆਂ ਕੋਲੋਂ ਪਹਿਲਾਂ ਵਿਦਾ ਲੈ ਆਵਾਂ, ਮੈਂ ਆਪਣੇ ਘਰਦਿਆਂ ਨੂੰ ਪਹਿਲਾਂ ਪੁੱਛ ਲਵਾਂ ਕਿ ਮੈਂ ਯੀਸ਼ੂ ਮਸੀਹ ਦੇ ਮਗਰ ਜਾਣਾ ਕਿ ਨਹੀਂ ਜਾਣਾ, ਉਹ ਇਸ ਕਰਕੇ ਪੁੱਛਣ ਸ਼ਾਇਦ ਜਾਂਦਾ ਹੋਵੇ ਕਿ ਮੈਂ ਆਪਣੇ ਘਰਦਿਆਂ ਨੂੰ ਦੱਸ ਦੇਵਾਂ ਕਿ ਮੈਂ ਜੇ ਚੱਲਾ ਜੇ ਸੇਵਾ ਕਰਨ, ਜੋ ਕੁਛ ਇੱਥੇ ਮੇਰਾ ਹਿੱਸਾ ਬਣਦਾ ਹੋਏਗਾ ਦੇ ਦਿਓ, ਮੇਰਾ ਤਨ, ਮੇਰਾ ਘਰ, ਮੇਰੀ ਚੀਜ਼ਾਂ ਸਭ ਕੁਝ ਸੰਭਾਲ ਕੇ ਰੱਖਿਓ, ਮੈਂ ਲਵਾਂਗਾ। ਕੀ ਪਤਾ ਕੀ ਘਰਦਿਆਂ ਨਾਲ ਗੱਲਾਂ ਬਾਤਾਂ ਕਰਨ ਜਾਣੀਆਂ ਸੀ, ਜਿਹੜਾ ਕਹਿੰਦਾ ਪਹਿਲਾਂ ਮੈਂ ਘਰਦਿਆਂ ਤੋਂ ਵਿਦਾ ਲੈ ਆਵਾਂ। ਉਹ ਪਰਮੇਸ਼ਰ ਦੀ ਸੇਵਾ ਕਰਨਾ, ਪਰਮੇਸ਼ਰ ਦੇ ਵਿੱਚ ਚੱਲਣਾ ਤੁਹਾਡੇ ਮਨ ਦਾ ਡਿਸੀਜਨ ਹੋਣਾ ਚਾਹੀਦਾ, ਤੁਹਾਡੇ ਕਿਸੇ ਹੋਰ ਫੈਮਿਲੀ ਮੈਂਬਰ, ਰਿਸ਼ਤੇਦਾਰਾਂ ਦਾ ਡਿਸੀਜਨ ਨਹੀਂ ਹੋਣਾ ਚਾਹੀਦਾ। ਇਹ ਤੁਹਾਡੇ ਮਨ ਦਾ ਡਿਸੀਜਨ ਹੋਣਾ ਚਾਹੀਦਾ, ਤੁਹਾਡਾ ਖੁਦ ਦਾ ਫੈਸਲਾ ਹੋਣਾ ਚਾਹੀਦਾ ਹੈ ਕਿ ਮੈਂ ਪਰਮੇਸ਼ਰ ਦੇ ਵਿੱਚ ਚੱਲਣਾ ਹੈ ਤਾਂ ਕਿਸ ਤਰ੍ਹਾਂ ਚੱਲਣਾ ਹੈ। ਇਹ ਤੁਹਾਡੀ ਆਪਣੀ ਆਤਮਿਕ ਜ਼ਿੰਦਗੀ ਦਾ ਫੈਸਲਾ ਹੋਣਾ ਚਾਹੀਦਾ। ਹੋ ਸਕਦਾ ਹੈ ਸੰਸਾਰ 'ਚ ਰਹਿੰਦੇ ਹੋਣ ਤੁਸੀਂ ਅੱਜ ਤੱਕ ਬਹੁਤ ਫੈਸਲੇ ਲਿੱਤੇ ਹੋਣ, ਆਪਣੀ ਜ਼ਿੰਦਗੀ ਦੇ ਬਹੁਤ ਫੈਸਲੇ ਲਿੱਤੇ ਹੋਣ, ਲੇਕਿਨ ਇਹ ਆਤਮਿਕ ਫੈਸਲਾ ਹੈ ਜਿਹੜਾ ਯੀਸ਼ੂ ਮਸੀਹ ਦੇ ਪਿੱਛੇ ਚੱਲਣਾ ਹੈ, ਇਹ ਆਤਮਿਕ ਫੈਸਲਾ ਹੈ ਔਰ ਤੁਸੀਂ ਆਪ ਕਰਨਾ ਹੈ ਆਪਣੀ ਆਤਮਾ ਦੇ ਅੰਦਰ, ਆਪਣੇ ਮਨ ਦੇ ਅੰਦਰ, ਆਪਣੀ ਸਪਿਰਿਚੁਅਲ ਲਾਈਫ ਦੇ ਵਿੱਚ ਪਰਮੇਸ਼ਵਰ ਦੇ ਨਾਲ ਵਾਅਦਾ ਕਰਨਾ ਹੈ ਕਿ ਪਰਮੇਸ਼ਵਰ ਮੈਂ ਤੇਰੇ ਨਾਲ ਚੱਲਾਂਗਾ, ਮੈਂ ਤੇਰੇ ਪਿੱਛੇ ਚੱਲਾਂਗਾ, ਮੈਂ ਪਿੱਛੇ ਨਹੀਂ ਦੇਖਾਂਗਾ ਪ੍ਰਭੂ, ਮੈਂ ਅੱਗੇ ਚੱਲਦਾ ਜਾਵਾਂਗਾ ਔਰ ਯੀਸ਼ੂ ਮਸੀਹ ਦੇ ਨਾਲ ਹੀ ਚੱਲਾਂਗਾ। ਯੀਸ਼ੂ ਮਸੀਹ ਮੇਰਾ ਰਾਹ ਬਣ ਕੇ ਅੱਗੇ ਅੱਗੇ ਚੱਲਣਗੇ, ਮੈਂ ਪਿੱਛੇ ਪਿੱਛੇ ਚੱਲਾਂਗਾ, ਉਹ ਮੇਰਾ ਰਸਤਾ ਤਿਆਰ ਕਰੇਗਾ, ਮੈਂ ਉਸੇ ਰਸਤੇ ਤੇ ਚੱਲਾਂਗਾ। ਸੋ ਜਿਹੜੇ ਲੋਕ ਹਜੇ ਕਹਿੰਦੇ ਨਾ ਕਿ ਮੈਂ ਘਰਦਿਆਂ ਨੂੰ ਪੁੱਛਦਾ, ਮੈਂ ਬਾਹਰਦਿਆਂ ਨੂੰ ਪੁੱਛਦਾ, ਮੈਂ ਮਾਪਿਆਂ ਨੂੰ ਪੁੱਛਦਾ, ਮੈਂ ਰਿਸ਼ਤੇਦਾਰਾਂ ਨੂੰ ਪੁੱਛਦਾ, ਮੈਂ ਗਲੀ ਨਗਰ ਕਿਸੇ ਕੋਲੋਂ ਪੁੱਛਦਾ, ਸਿਆਣਿਆਂ ਕੋਲ ਪੁੱਛਦਾ, ਤਾਂ ਪੁੱਛੀ ਜਾਓ। ਪੁੱਛਦੇ ਪੁੱਛਦੇ ਟਾਈਮ ਬਤਾ ਲਓ ਔਰ ਜਿੱਦਣ ਸੱਚਾਈ ਪਤਾ ਲੱਗ ਗਈ ਕਿ ਮੈਂ ਇੰਨਾ ਟਾਈਮ ਵੇਸਟ ਕਰ ਲਿਆ, ਸੱਚੀ ਮੁੱਚੀ ਇਹਦੇ ਪਿੱਛੇ ਚੱਲਣਾ ਆਨੰਦ ਦੀ ਜ਼ਿੰਦਗੀ ਹੈ, ਅਨੰਤ ਜੀਵਨ ਹੈ, ਖੁਸ਼ੀਆਂ ਹੈ, ਦੁਆਵਾਂ ਕਬੂਲ ਹੁੰਦੀਆਂ, ਗਵਾਹੀਆਂ ਬਣਦੀਆਂ, ਚਮਤਕਾਰ ਹੁੰਦੇ ਹੈ, ਤਦ ਤੁਹਾਨੂੰ ਰਿਅਲਾਈਜ਼ ਹੋਏਗਾ ਕਿ ਮੈਂ ਜ਼ਿੰਦਗੀ 'ਚ ਇੱਕ ਡਿਸੀਜਨ ਵਧੀਆ ਕੀਤਾ ਹੈ ਔਰ ਹੈ ਕਿ ਯੀਸ਼ੂ ਮਸੀਹ ਦੇ ਪਿੱਛੇ ਚੱਲਣਾ। ਇਟ ਇਜ਼ ਨੋਟ ਈਜ਼ੀ ਟੂ ਫੋਲੋ ਹਿਮ। ਉਹ ਈਜ਼ੀ ਨਹੀਂ ਆ ਕਿ ਤੁਸੀਂ ਯੀਸ਼ੂ ਮਸੀਹ ਦੇ ਪਿੱਛੇ ਚੱਲੋਗੇ ਤਾਂ ਤੁਹਾਡਾ ਵਿਰੋਧ ਨਹੀਂ ਹੋਏਗਾ। ਏਡਾ ਆਸਾਨ ਨਹੀਂ ਆ ਕਿ ਤੁਸੀਂ ਯੀਸ਼ੂ ਮਸੀਹ ਦੀ ਸੇਵਾ ਕਰੋਗੇ ਤਾਂ ਤੁਹਾਡੇ ਖਿਲਾਫ ਕੋਈ ਨਹੀਂ ਖੜਾ ਹੋਏਗਾ। ਬਹੁਤ ਕੁਛ ਹੋਏਗਾ, ਬਹੁਤ ਵਿਰੋਧੀ ਖੜੇ ਹੋਣਗੇ, ਬਹੁਤ ਤੁਹਾਡੇ ਰਸਤੇ 'ਚ ਰੁਕਾਵਟਾਂ ਆਉਣਗੀਆਂ, ਬਹੁਤ ਸਾਰੀਆਂ ਗੱਲਾਂ ਐਸੀਆਂ ਹੋਣਗੀਆਂ ਕਿ ਤੁਸੀਂ ਇੱਕ ਦਿਨ ਦੁਖੀ ਹੋ ਕੇ ਏਦਾਂ ਵੀ ਕਹਿ ਸਕਦੇ ਹੋ ਮੈਂ ਪਹਿਲਾਂ ਹੀ ਠੀਕ ਸੀਗਾ, ਮੈਂ ਐਵੇਂ ਹੀ ਆ ਗਿਆ। ਲੇਕਿਨ ਜਿਹੜਾ ਅੜਿਆ ਤੇ ਖੜਿਆ ਰਹੇਗਾ, ਵਫਾਦਾਰ ਰਹੇਗਾ, ਪਰਮੇਸ਼ਰ ਦੇ ਵਚਨਾਂ ਤੇ ਚੱਲੇਗਾ, ਲੱਖ ਦੁੱਖ ਮੁਸੀਬਤਾਂ ਆ ਜਾਣ, ਲੱਖ ਤੂਫਾਨ ਆ ਜਾਣ ਜ਼ਿੰਦਗੀ 'ਚ, ਲੇਕਿਨ ਉਹ ਕਦੀ ਵੀ ਉਹਦੀ ਕਿਸ਼ਤੀ ਡਾਵਾਂਡੋਲ ਨਹੀਂ ਹੋਏਗੀ। ਜਿਹਦੀ ਡੋਰ ਯੀਸ਼ੂ ਮਸੀਹ ਦੇ ਹੱਥ ਵਿੱਚ ਹੈ, ਜਿਹਦਾ ਮਲਾਹ ਯੀਸ਼ੂ ਮਸੀਹ ਹੈ, ਉਹਨੂੰ ਕਦੇ ਵੀ ਕੁਛ ਨਹੀਂ ਹੋਏਗਾ। ਹਾਲੇਲੂਇਆ। ਸੋ ਫਸਟ ਪ੍ਰਾਇੋਰਟੀ ਗਿਵ ਟੂ ਹਿਮ, ਉਹਨੂੰ ਦਿਓ ਪਹਿਲਾ ਸਥਾਨ, ਯੀਸ਼ੂ ਮਸੀਹ ਨੂੰ ਦਿਓ ਪਹਿਲਾ ਸਥਾਨ, ਕਿਸੇ ਨੂੰ ਨਹੀਂ, ਯੀਸ਼ੂ ਮਸੀਹ ਨੂੰ ਦਿਓ ਪਹਿਲਾ ਸਥਾਨ, ਪਰਮੇਸ਼ਰ ਨੂੰ ਦਿਓ, ਬਿਕੋਜ਼ ਉਹ ਤੋਂ ਬਿਨਾਂ ਤੁਹਾਡੀ ਜ਼ਿੰਦਗੀ ਕੋਈ ਸਵਾਰ ਨਹੀਂ ਸਕਦਾ। ਰਿਸ਼ਤੇ ਨਾਤੇ ਇਹ ਸਭ ਇਸ ਸੰਸਾਰ ਦੇ ਵਿੱਚ ਨੇ, ਯੀਸ਼ੂ ਮਸੀਹ ਨੇ ਤੁਹਾਨੂੰ ਬਣਾਇਆ, ਤੁਹਾਨੂੰ ਚਲਾਇਆ, ਤੁਹਾਨੂੰ ਮਿਲਾਇਆ, ਸਭ ਕੁਝ ਇੱਥੇ ਹੈ। ਲੇਕਿਨ ਜਿਹੜੀ ਉਸਦੀ ਜਗ੍ਹਾ ਹੈ ਉਹ ਉਸਦੀ ਜਗ੍ਹਾ ਹੈ, ਜਿਹੜਾ ਉਸਦੇ ਨਾਲ ਫੈਸਲਾ ਕਰਨਾ, ਜਿਹੜੀ ਉਸਦੇ ਨਾਲ ਗੱਲਬਾਤ ਕਰਨੀ, ਜਿਹੜਾ ਉਸਦੇ ਨਾਲ ਆਪਾਂ ਸਮੇਂ ਬਿਤਾਉਣਾ, ਉਹ ਉਹਦਾ ਹੀ ਹੈ। ਉਹ ਅਸੀਂ ਕਿਸੇ ਹੋਰ ਨੂੰ ਨਹੀਂ ਦੇ ਸਕਦੇ, ਚਾਹੇ ਅਸੀਂ ਕਿੰਨਾ ਮਰਜ਼ੀ ਕਿਸੇ ਨੂੰ ਪਿਆਰ ਕਰਦੇ ਹੋਏ, ਲੇਕਿਨ ਜੋ ਉਸਦਾ ਸਮਾਂ ਉਹ ਅਸੀਂ ਉਸਨੂੰ ਦੇਵਾਂਗੇ, ਜੋ ਉਹਦੀ ਫਸਟ ਪ੍ਰਾਇੋਰਟੀ ਹੈ ਅਸੀਂ ਉਸਨੂੰ ਹੀ ਦੇਵਾਂਗੇ। ਹਾਲੇਲੂਇਆ। ਸੋ ਡੋਂਟ ਮੇਕ ਐਨੀ ਐਕਸਕਿਊਜ਼, ਕੋਈ ਬਹਾਨਾ ਨਾ ਬਣਾਓ ਯੀਸ਼ੂ ਮਸੀਹ ਦੇ ਪਿੱਛੇ ਚੱਲਣਾ ਬਹੁਤ ਔਖਾ, ਏਦਾਂ ਦੇ ਬਹਾਨੇ ਨਾ ਬਣਾਓ। ਉਹ ਤੁਹਾਨੂੰ ਆਵਾਜ਼ ਮਾਰਿਆ, ਸਿਰਫ ਉਸਨੂੰ ਐਕਸੈਪਟ ਕਰੋ ਕਿ ਉਹ ਮੇਰਾ ਮੁਕਤੀਦਾਤਾ ਉਧਾਰ ਕਰਤਾ ਹੈ, ਉਸਨੇ ਮੇਰੀ ਖਾਤਰ ਜਾਨ ਦਿੱਤੀ ਹੈ, ਮੈਨੂੰ ਬਚਾਉਣ ਦੇ ਲਈ ਆਇਆ। ਪ੍ਰਾਰਥਨਾ ਕਰੀਏ, ਪ੍ਰਾਰਥਨਾ ਕਰਨੀ ਸਿੱਖੀਏ ਜੇ ਨਹੀਂ ਆਉਂਦੀ ਤੁਹਾਨੂੰ, ਵਚਨ ਪੜ੍ਹਨਾ ਸਿੱਖੀਏ ਜੇ ਤੁਹਾਨੂੰ ਨਹੀਂ ਆਉਂਦਾ, ਪਰਮੇਸ਼ਰ ਦੇ ਕੋਲ ਆ ਜਾਈਏ, ਉਸ ਤੁਹਾਨੂੰ ਸਭ ਬਰਕਤਾਂ ਦੇਗਾ। ਉਹ ਕਹਿੰਦਾ ਜਿਹੜਾ ਹੱਥ ਤੁਸੀਂ ਹੱਲ ਤੇ ਰੱਖ ਕੇ ਵੀ ਫਿਰ ਵੀ ਪਿੱਛੇ ਵੇਖੋਗੇ ਨਾ, ਤਾਂ ਤੁਸੀਂ ਉਹਦੇ ਰਾਜੇ ਦੇ ਯੋਗ ਨਹੀਂ ਹੋ। ਸੋ ਉਹਦੇ ਰਾਜ 'ਚ ਵੜਨਾ
बहुत औखा है। और देखो बहुत डिसीजन लेने पैने हैं, बहुत फैसले लेने पैने हैं, औखे भी लेने पैने, रिस्क भी लेना पैना। क्यों? ਅਸੀਂ परमेश्वर च वफादारी ਨਾਲ ਚੱਲਣਾ ਹੈ। ਅਸੀਂ ਉਹ ਕੰਮ ਨਹੀਂ ਕਰ ਸਕਦੇ ਜੋ ਸੰਸਾਰ ਦੇ ਲੋਕ ਕਰਦੇ ਨੇ। ਅਸੀਂ ਵੱਖ ਕੀਤੇ ਗਏ ਹਾਂ, ਅਸੀਂ ਅਲੱਗ ਕੀਤੇ ਗਏ ਹਾਂ, ਅਸੀਂ ਚੁਣੇ ਹੋਏ ਲੋਕ ਹਾਂ, ਚੁਣੀ ਹੋਈ ਵੰਸ਼ ਹਾਂ, ਚੁਣੀ ਹੋਈ ਪਰਮੇਸ਼ਰ ਦੀ ਪ੍ਰਜਾ ਹਾਂ, ਜੋ ਉਸਨੇ ਆਪਣੇ ਲਈ ਅਲੱਗ ਕਰ ਰੱਖੀ ਹੈ। ਔਰ ਸਾਡੀ ਜ਼ਿੰਦਗੀਆਂ 'ਚ ਉਹਦੇ ਹੀ ਪਲਾਨ ਕਾਮਯਾਬ ਹੋਣਗੇ, ਔਰ ਸਾਡੀ ਜ਼ਿੰਦਗੀ 'ਚ ਉਹਦੀ ਹੀ ਯੋਜਨਾ ਸਫਲ ਹੋਏਗੀ, ਬਿਕੋਜ਼ ਅਸੀਂ ਉਸਨੂੰ ਫੋਲੋ ਕਰਦੇ ਹਾਂ। ਔਰ ਸਾਡੀ ਬਲੈਸਿੰਗ ਵੀ ਲੋਕਾਂ ਤੋਂ ਡਿਫਰੈਂਟ ਹੋਏਗੀ। ਸਾਡਾ ਰੂਪ, ਸਾਨੂੰ ਜਿਹੜਾ ਯੀਸ਼ੂ ਮਸੀਹ ਨੇ ਸਾਨੂੰ ਰੂਪ ਦਿੱਤਾ, ਆਪਣਾ ਪ੍ਰਕਾਸ਼ ਦਿੱਤਾ ਹੈ, ਆਪਣਾ ਜਲਾਲ ਦਿੱਤਾ, ਉਹ ਵੱਖਰਾ ਹੋਏਗਾ। ਅਨੰਤ ਜੀਵਨ ਵੱਖਰਾ ਹੋਏਗਾ, ਗੱਲਾਂ ਵੱਖਰੀਆਂ ਹੋਣਗੀਆਂ। ਔਰ ਪਰਮੇਸ਼ਰ ਦੇ ਰੰਗ ਦੇ ਵਿੱਚ ਅਸੀਂ ਰੰਗੇ ਹੋਵਾਂਗੇ। ਹਾਲੇਲੂਇਆ। ਸੋ ਅੱਜ ਡਿਸਾਈਡ ਕਰੀਏ ਕਿ ਅਸੀਂ ਪਰਮੇਸ਼ਰ ਦੇ ਪਿੱਛੇ ਚੱਲਣਾ ਹੈ। ਜਦੋਂ ਸਾਨੂੰ ਆਵਾਜ਼ ਮਾਰ ਰਿਹਾ ਸੀ ਉਸਨੂੰ ਉੱਤਰ ਦੇਣਾ। ਸੈਮੂਅਲ ਨੂੰ ਪਰਮੇਸ਼ਰ ਨੇ ਆਵਾਜ਼ਾਂ ਮਾਰੀਆਂ 3 ਵਾਰੀ। ਤਾਂ ਜਦੋਂ ਤੀਸਰੀ ਵਾਰੀ ਏਲੀ ਕੋ ਗਿਆ, ਏਲੀ ਕਹਿੰਦਾ ਤੂੰ ਇਹ ਕਹੀ ਕਿ ਹਾਂ ਪਰਮੇਸ਼ਰ ਮੈਂ ਸੁਣ, ਹਾਂ ਯਹੋਵਾ ਮੈਂ ਸੁਣ ਰਹਾ ਹੂੰ। ਤਾਂ ਉਸਨੇ ਜਵਾਬ ਦਿੱਤਾ ਔਰ ਪਰਮੇਸ਼ਰ ਨੇ ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ। ਸੋ ਅੱਜ ਆਈਏ ਅਸੀਂ ਵੀ ਪਰਮੇਸ਼ਰ ਨੂੰ ਆਵਾਜ਼ ਦਈਏ, ਪਰਮੇਸ਼ਰ ਤੂੰ ਬੋਲ, ਮੈਂ ਸੁਣ ਰਹਾ ਹੂੰ, ਮੈਂ ਰੈਡੀ ਹੂੰ, ਮੈਂ ਸਭ ਕੁਝ ਤੇਰੇ ਉੱਤੇ ਕੁਰਬਾਨ ਕਰ ਦੇਣਾ ਪ੍ਰਭੂ। ਮੈਂ ਤੇਰੇ ਪਿੱਛੇ ਹੋ ਤੁਰਿਆ, ਕਿਉਂਕਿ ਦੁਨੀਆ ਦੀ ਵਸਤਾਂ ਮੇਰੇ ਮਗਰ ਆਣਗੀਆਂ ਜੇ ਮੈਂ ਤੇਰੇ ਪਿੱਛੇ ਚੱਲਾਂਗੇ। ਤੂੰ ਬਣਾਈਆਂ ਇਹ ਜੋ ਉਤਪਨ ਕੀਤੀਆਂ ਚੀਜ਼ਾਂ ਯੀਸ਼ੂ ਮਸੀਹ ਨੇ ਬਣਾਈਆਂ, ਇਹ ਸਭ ਤੁਹਾਨੂੰ ਆਪ ਦੇ ਕੇ, ਤੁਹਾਡੇ ਲਈ ਤਾਂ ਉਹਨੇ ਬਣਾਈਆਂ। ਕਿਹਦੇ ਲਈ ਬਣਾਈਆਂ? ਸਾਡੇ ਲਈ ਬਣਾਈਆਂ। ਔਰ ਸਾਨੂੰ ਉਹ ਦੇਗਾ। ਇਸੇ ਲਈ ਉਹਨਾਂ ਚੀਜ਼ਾਂ ਮਗਰ ਨਾ ਭੱਜੀਏ ਜਿਹਨੇ ਬਣਾਇਆ ਹੈ, ਉਹਦੇ ਮਗਰ ਭੱਜੀਏ। ਬਣੀਆਂ ਹੋਈਆਂ ਚੀਜ਼ਾਂ ਮਗਰ ਨਾ ਭੱਜੀਏ, ਉਸ ਮਗਰ ਭੱਜੀਏ ਜਿਹਨੇ ਉਹਨਾਂ ਚੀਜ਼ਾਂ ਨੂੰ ਬਣਾਇਆ ਹੈ, ਜਿਹੜਾ ਮੁਕਤੀਦਾਤਾ ਕ੍ਰੀਏਟਰ ਆ, ਜਿਹਨੇ ਸਭ ਕੁਝ ਉਤਪਨ ਕਰ ਦਿੱਤਾ, ਉਹਦੇ ਮਗਰ ਜਾਈਏ। ਮਿੱਟੀ ਧੂਲ ਮਿੱਟੀਆਂ ਦੇ ਮਗਰ ਨਾ ਜਾਈਏ, ਉਸ ਜੀਵਤੇ ਮਗਰ ਜਾਈਏ ਜਿਹੜਾ ਜੀਵਤਾ ਹੈ ਔਰ ਜ਼ਿੰਦਾ ਕਰਨ ਦੀ ਤਾਕਤ ਰੱਖਦਾ ਹੈ। ਸੋ ਆਪਣੀਆਂ ਅੱਖਾਂ ਨੂੰ ਖੋਲੀਏ, ਆਤਮਿਕ ਅੱਖਾਂ ਨੂੰ, ਔਰ ਪਰਮੇਸ਼ਰ ਦੇ ਵਚਨ ਨੂੰ ਜਾਣੀਏ। ਕਿਉਂਕਿ ਸਮਾਂ ਆ ਚੁੱਕਾ ਹੈ ਕਿ ਬਹੁਤ ਸਾਰੇ ਲੋਕ ਹੈ ਜੋ ਅੰਧਕਾਰ 'ਚ ਫਸੇ ਹੈ, ਉਹ ਜੋਤੀ ਵਿੱਚ ਆਣਗੇ ਯੀਸ਼ੂ ਮਸੀਹ ਦੇ ਨਾਮ 'ਚ। ਪ੍ਰਾਰਥਨਾ ਕਰੀਏ 2021 ਬਹੁਤ ਖਤਰਨਾਕ ਨਾ ਹੋਵੇ। ਮੈਂ ਸਟਾਰਟਿੰਗ ਦੇ ਵਿੱਚ ਕਹਿ ਰਹੀ ਹਾਂ ਜਨਵਰੀ 'ਚ ਪ੍ਰਾਰਥਨਾ ਕਰੋ ਕਿ ਇਹ 2021 ਖਤਰਨਾਕ ਨਾ ਆਵੇ। ਕਿਤੇ ਲੋਕ ਇਹ ਨਾ ਕਹਿਣ ਕਿ 2020 ਕਰੋਨਾ ਸੀਗਾ ਤੇ ਉਹੀ ਠੀਕ ਸੀਗਾ, ਇੱਥੇ ਤੇ ਬਹੁਤ ਕੁਝ ਹੋ ਰਿਹਾ 2021 ਚ। ਸੋ ਪ੍ਰੇ ਕਰੀਏ, ਪ੍ਰਾਰਥਨਾ ਚ ਲੱਗੇ ਰਹੀਏ। ਪਰਮੇਸ਼ਰ ਤੁਹਾਨੂੰ ਹਰ ਇੱਕ ਮੁਸੀਬਤ ਤੋਂ ਬਚਾਏਗਾ। ਪਰਮੇਸ਼ਰ ਤੁਹਾਨੂੰ ਆਪਣੇ ਦਇਆ ਵਾਲੇ ਹੱਥ ਨਾਲ ਬਚਾਏਗਾ, ਤੁਹਾਨੂੰ ਆਪਣੀ ਕਿਰਪਾ ਦੇ ਹੇਠ, ਦਇਆ ਦੇ ਹੇਠ ਅਨੁਗ੍ਰਹਕਾਰੀ ਜਿਹੜਾ ਪਰਮੇਸ਼ਰ ਹੈ ਤੁਹਾਡੇ ਤੇ ਅਨੁਗ੍ਰਹਿ ਕਰੇਗਾ। ਹਾਲੇਲੂਇਆ। ਸੋ ਪ੍ਰਾਰਥਨਾ ਦੇ ਵਿੱਚ ਲੱਗੇ ਰਹੀਏ, ਕਿਉਂਕਿ ਸਮਾਂ ਬਹੁਤ ਨਜ਼ਦੀਕ ਹੈ। ਜੋ ਪਰਮੇਸ਼ਰ ਦੇ ਵਚਨ 'ਚ ਲਿਖਿਆ ਉਹ ਪੂਰਾ ਹੋਣ ਵਾਸਤੇ। ਹਾਲੇਲੂਇਆ। ਆਈਏ ਅਸੀਂ ਪ੍ਰਾਰਥਨਾ ਕਰਾਂਗੇ। ਮਹਾਨ ਸਰਵਸ਼ਕਤੀਮਾਨ ਪ੍ਰਭੂ ਜੀ, ਤੇਰਾ ਧੰਨਵਾਦ ਕਰਦੇ ਇੱਕ ਵਾਰੀ ਫਿਰ ਤੇਰੇ ਦਇਆ ਦੇ ਸਿੰਘਾਸਨ ਅੱਗੇ ਆਨੇ ਪ੍ਰਭੂ। ਸੱਚਮੁੱਚ ਤੂੰ ਦਇਆ ਦਾ ਸਾਗਰ ਹੈ, ਸੱਚਮੁੱਚ ਤੂੰ ਕਰੁਣਾ ਨਿਧੀ ਹੈ, ਤੇਰੇ ਜੈਸਾ ਕੋਈ ਨਹੀਂ ਹੈ ਪ੍ਰਭੂ ਜੀ। ਮੈਂ ਪ੍ਰਾਰਥਨਾ ਕਰਦੀ ਹਾਂ ਪਿਤਾ ਪਰਮੇਸ਼ਵਰ ਇਹਨਾਂ ਲੋਕਾਂ ਦੇ ਲਈ ਜੋ ਇਸ ਵਚਨ ਨੂੰ ਸੁਣਨ, ਇਹਨਾਂ ਦੀ ਅੱਖਾਂ ਨੂੰ ਖੋਲ ਦੇ ਪਿਤਾ ਜੀ, ਇਹਨਾਂ ਦੇ ਮਨ ਦੀਆਂ ਆਤਮਿਕ ਅੱਖਾਂ ਨੂੰ ਖੋਲ ਦੇ, ਤਾਂ ਕਿ ਤੈਨੂੰ ਜਾਣ ਸਕਣ, ਪਹਿਚਾਨ ਸਕਣ ਪਿਤਾ, ਤੈਨੂੰ ਜਾਣ ਕੇ ਆਪਣਾ ਜੀਵਨ ਦੇ ਦੇਣ ਪਿਤਾ ਪਰਮੇਸ਼ਵਰ। ਔਰ ਖੁਦਾਵੰਦ ਆਪਣੇ ਪਾਪਾਂ ਦਾ ਇਕਰਾਰ ਕਰਨ, ਤੋਬਾ ਕਰਨ, ਤਾਂ ਕਿ ਇਹ ਬਚਾਏ ਜਾਣ। ਖੁਦਾਵੰਦ ਤੇਰਾ ਧੰਨਵਾਦ ਕਰਦੇ ਪਿਤਾ ਪ੍ਰਭੂ ਜੀ। ਆਉਣ ਵਾਲਾ ਸਮਾਂ ਸਾਡੇ ਲਈ ਪ੍ਰਭੂ ਜੀ ਆਸ਼ੀਸ਼ ਵਾਲਾ ਹੋਵੇ। ਦੁਨੀਆ 'ਚ ਕੁਝ ਵੀ ਹੋਵੇ ਲੇਕਿਨ ਤੇਰਾ ਹੱਥ ਸਾਡੇ ਸਿਰ ਤੇ ਹੋਵੇ ਪ੍ਰਭੂ। ਖੁਦਾਵੰਦ ਤੇਰਾ ਦਇਆ ਵਾਲਾ ਹੱਥ ਸਾਨੂੰ ਘੇਰੇ ਰੱਖੇ। ਤੇਰੇ ਬੱਚਿਆਂ ਨੂੰ ਕੋਈ ਵੀ ਨਹੀਂ, ਕੁਛ ਵੀ ਨਹੀਂ ਹੋ ਸਕਦਾ ਪ੍ਰਭੂ। ਕੋਈ ਸ਼ੈਤਾਨ ਦੀ ਸ਼ਕਤੀ, ਅੰਧਕਾਰ ਦੀ ਸ਼ਕਤੀ ਦਾ ਅਧਿਕਾਰ ਨਹੀਂ ਹੈ ਤੇਰੇ ਬੱਚਿਆਂ ਨੂੰ ਛੂ ਜਾਏ। ਤੇਰਾ ਅਧਿਕਾਰ ਹੈ ਸਾਡੇ ਉੱਤੇ। ਤੇਰੇ ਪ੍ਰਭੂ ਪਾਕ ਲਹੂ ਨਾਲ ਅਸੀਂ ਧੋਤੇ ਗਏ ਹਾਂ ਪ੍ਰਭੂ। ਤੂੰ ਆਪਣਾ ਖੂਨ ਦੇ ਕੇ ਸਾਨੂੰ ਖਰੀਦਿਆ। ਸੋ ਤੂੰ ਸਾਨੂੰ ਹਰ ਇੱਕ ਮਹਾਮਾਰੀ ਤੋਂ, ਹਰ ਇੱਕ ਮਹਾਰੋਗ ਤੋਂ, ਹਰ ਇੱਕ ਅੰਧਕਾਰ ਦੀ ਸ਼ਕਤੀ ਤੋਂ ਸਾਨੂੰ ਬਚਾ ਕੇ ਰੱਖੇਗਾ। ਤੇਰਾ ਵਾਅਦਾ ਹੈ ਪਿਤਾ ਜੀ। ਆਪਣੇ ਵਾਅਦੇ ਸਾਡੀ ਜ਼ਿੰਦਗੀ 'ਚ ਪੂਰੇ ਕਰ ਪਿਤਾ। ਆਪਣੇ ਨਾਮ ਨੂੰ ਸਾਡੀ ਜ਼ਿੰਦਗੀ 'ਚ ਉੱਚਾ ਕਰ ਖੁਦਾਵੰਦ। ਹੋਣੇ ਦੇ ਤੇਰੇ ਨਾਮ ਨੂੰ ਇੱਜ਼ਤ ਔਰ ਜਲਾਲ ਮਿਲੇ, ਔਰ ਇਸ ਸਾਲ ਬੜੋਤਰੀ ਨਾਲ ਤੇਰਾ ਕੰਮ ਹੋਵੇ ਪਿਤਾ ਜੀ।
ਤੇਰਾ ਧੰਨਵਾਦ ਕਰਦੇ ਹਾਂ ਜੋ ਲੋਕ ਵੀ ਇਸ ਵਚਨ ਨੂੰ ਸੁਣਨ ਆਸ਼ੀਸ਼ ਤੇ ਬਰਕਤ ਪਾਣ। ਹਰ ਇੱਕ ਪ੍ਰੋਬਲਮ ਯਿਸੂ ਨਾਮ ਚ ਇਹਨਾਂ ਦੀ ਹੱਲ ਹੋਵੇ, ਹਰ ਇੱਕ ਸਮੱਸਿਆ ਹੱਲ ਹੋਵੇ। ਅਗਰ ਕੋਈ ਪਰੇਸ਼ਾਨ ਇਸ ਵੀਡੀਓ ਨੂੰ ਸੁਣ ਰਿਹਾ ਤਾਂ ਪ੍ਰਭੂ ਅੱਜ ਉਹ ਸ਼ਾਂਤੀ ਨੂੰ ਪਾਵੇ, ਡਿਪਰੈਸ਼ਨ ਜਾਵੇ, ਮਾਈਗ੍ਰੇਨ ਜਾਵੇ, ਹਰ ਇੱਕ ਬੋਡੀ ਪੇਨ ਜਾਏ ਇਨ ਦਾ ਮਾਈਟੀ ਨੇਮ ਆਫ ਜੀਸਸ। ਪਿਤਾ ਖੁਦਾਵੰ ਤੂੰ ਜਾਣਦਾ ਹੈ ਪਿਤਾ ਜੀ ਇਹਨਾਂ ਲੋਕਾਂ ਦੇ ਦੁੱਖਾਂ ਨੂੰ, ਮੁਸੀਬਤਾਂ ਨੂੰ, ਪਰੇਸ਼ਾਨੀਆਂ ਨੂੰ ਪ੍ਰਭੂ ਤੂੰ ਜਾਣਦਾ ਹੈ। ਹਰ ਇੱਕ ਬਿਮਾਰੀ ਜੋ ਤੇਰੇ ਵੱਲੋਂ ਪਿਤਾ ਪਰਮੇਸ਼ਵਰ ਚੰਗਾਈ ਦਿੰਦੀ ਹੈ ਪ੍ਰਭੂ, ਇਹਨਾਂ ਨੂੰ ਉਹ ਬਿਮਾਰੀ ਇਹਨਾਂ ਦੀ ਜ਼ਿੰਦਗੀਆਂ ਚੋਂ ਨਿਕਲ ਜਾਏ ਔਰ ਤੇਰੇ ਵੱਲੋਂ ਚੰਗਾਈ ਆਵੇ ਪ੍ਰਭੂ। ਖੁਦਾਵੰਦ ਹਰ ਉਹ ਸ਼ੈਤਾਨੀ ਆਤਮਾ ਜੋ ਬਿਮਾਰੀ ਲੈ ਕੇ ਆਂਦੀ ਇਹਨਾਂ ਦੇ ਸਰੀਰ ਵਿੱਚ, ਉਹ ਯਿਸੂ ਨਾਮ ਚ ਨਿਕਲੇ ਪਿਤਾ, ਕਿਉਂਕਿ ਉਹ ਤੇਰੇ ਵੱਲੋਂ ਆਤਮਾ ਨਹੀਂ ਹੈ। ਤੂੰ ਚੰਗਾਈ ਦਾ ਰਾਜਕੁਮਾਰ ਹੈ, ਚੰਗਾਈ ਦੇਣੇ ਵਾਲਾ ਪਰਮੇਸ਼ਵਰ ਹੈ ਪ੍ਰਭੂ, ਮੁਕਤੀ ਦਾਤਾ ਉद्धार ਕਰਤਾ ਹੈ ਪ੍ਰਭੂ। ਚੰਗਾਈ ਦੇ ਇਹਨਾਂ ਨੂੰ ਯਿਸੂ ਨਾਮ ਚ ਪਿਤਾ ਜੀ, ਇਹਨਾਂ ਦੇ ਦੁੱਖਾਂ ਤੋਂ ਇਹਨਾਂ ਨੂੰ ਛੁਡਾ ਲੈ ਪਿਤਾ ਜੀ। ਦੁੱਖਾਂ ਦੇ ਵੇਲੇ ਜਦੋਂ ਤੈਨੂੰ ਪੁਕਾਰਨ ਤੋਂ ਇਹਨਾਂ ਦੀ ਪ੍ਰਾਰਥਨਾਵਾਂ ਨੂੰ ਸੁਣ ਕੇ ਉੱਤਰ ਦੇ ਪਿਤਾ ਜੀ। ਇਸੇ ਵਕਤ ਸ਼ਾਂਤੀ ਨੂੰ ਰਿਸੀਵ ਕਰਨ ਪਿਤਾ, ਇਸੇ ਵਕਤ ਇਹਨਾਂ ਦੀ ਜ਼ਿੰਦਗੀ ਚ ਅਦਭੁਤ ਤਰੀਕੇ ਦੀ ਸ਼ਾਂਤੀ ਆਵੇ, ਪੀਸ ਆਵੇ। ਟੱਚ ਕਰ ਇਹਨਾਂ ਦੀ ਆਤਮਾਵਾਂ ਨੂੰ ਪ੍ਰਭੂ, ਇਹਨਾਂ ਦੀ ਆਤਮਾ ਨੂੰ ਟੱਚ ਕਰ ਪ੍ਰਭੂ, ਤੇਰਾ ਵੱਡਾ ਹੱਥ ਇਹਨਾਂ ਦੇ ਉੱਪਰ ਹੋਵੇ, ਹੀਲ ਕਰ ਪਿਤਾ ਜੀ। ਮੱਸੇ ਨੂੰ ਭੇਜ ਦਿਆਂ ਯਿਸੂ ਨਾਮ ਚ ਇਹਨਾਂ ਨੂੰ ਮੱਸੇ ਨਾ ਭਰ ਪਿਤਾ ਪਰਮੇਸ਼ਵਰ। ਤੇਰਾ ਧੰਨਵਾਦ ਕਰਦੇ ਹਾਂ, ਬਾਕੀ ਦਾ ਸਮਾਂ ਤੇਰੇ ਹੱਥਾਂ ਵਿੱਚ ਸੌਂਪਦੇ ਨੇ, ਜੋ ਤੇਰੀ ਇੱਛਾ ਮਰਜ਼ੀ ਪੂਰੀ ਕਰ ਯਿਸੂ ਨਾਮ ਚ ਮੰਗਦੇ। ਆਮੀਨ ਆਮੀਨ ਆਮੀਨ। ਸਾਰਿਆਂ ਨੂੰ ਜੈ ਮਸੀਹ ਕੀ। ਗੋਡ ਬਲੈਸ ਯੂ ਆਲ।